ਹੁਣ ਅਸੀਂ ਗੱਲ ਕਰਾਂਗੇ ਘਨ ਦੇ ਖੇਤਰਫਲ ਦੀ। ਘਨ ਦੇ ਖੇਤਰਫਲ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਖੇਤਰਫਲ ਹੁੰਦਾ ਕੀ ਹੈ। ਕਿਸੇ ਵੀ ਵਸਤੂ ਦੀ ਉਹ ਸਤ੍ਹਾ ਜਿਸ ਨੂੰ ਅਸੀਂ ਛੂ ਕੇ ਦੇਖ ਸਕਦੇ ਹੋਈਏ ਉਹ ਉਸਦਾ ਖੇਤਰਫਲ ਅਖਵਾਉਂਦੀ ਹੈ। ਜਿਸ ਤਰ੍ਹਾਂ ਇੱਕ ਕਮਰੇ ਦੀ ਗੱਲ ਕਰੀਏ, ਉਸ ਕਮਰੇ ਦੀਆਂ ਚਾਰੇ ਦੀਵਾਰਾਂ, ਉਸ ਕਮਰੇ ਦੀ ਛੱਤ ਅਤੇ ਉਸ ਕਮਰੇ ਦਾ ਫਰਸ਼ ਜਿਸ ਨੂੰ ਅਸੀਂ ਕਿਸੇ ਵੀ ਤਰ੍ਹਾਂ ਛੂ ਕੇ ਦੇਖ ਸਕਦੇ ਹਾਂ ਉਹ ਉਸ ਕਮਰੇ ਦਾ ਖੇਤਰਫਲ ਅਖਵਾਵੇਗੀ। ਹੁਣ ਗੱਲ ਕਰਦੇ ਹਾਂ ਘਨ ਦੀ। ਘਨ ਹੁੰਦੇ ਹੈ ਸਾਡੇ ਕੋਲ ਅਜਿਹੀ ਆਕ੍ਰਿਤੀ, ਤਿੰਨ ਪਸਾਰੀ ਆਕ੍ਰਿਤੀ ਜਿਸ ਦੀਆਂ ਸਾਰੀਆਂ ਸਾਈਡਾਂ ਜੋ ਹਨ ਬਰਾਬਰ ਹੁੰਦੀਆਂ ਹਨ ਅਤੇ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਤਾਂ ਕੁੱਲ ਮਿਲਾ ਕੇ ਇਸ ਦੀਆਂ 6 ਸਾਈਡਾਂ ਹੁੰਦੀਆਂ ਹਨ, 6 ਫਲਕ ਹੁੰਦੇ ਹਨ। ਤਾਂ ਇਸ ਲਈ ਘਨ ਦੀ ਜੋ ਕੁੱਲ ਸਤ੍ਹਾ ਹੈ ਉਹ 6 ਸਾਈਡਾਂ ਦੇ ਖੇਤਰਫਲ ਦੇ ਜੋੜ ਦੇ ਬਰਾਬਰ ਆ ਜਾਏਗੀ। ਹੁਣ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਮੰਨ ਲਓ ਇੱਕ ਭੁਜਾ ਜੋ ਹੈ ਉਹ A ਹੈ ਅਤੇ ਇੱਕ ਸਾਈਡ ਜੋ ਹੈ, ਇੱਕ ਫਲਕ ਜੋ ਹੈ ਉਹ ਵਰਗਾਕਾਰ ਬਣ ਜਾਏਗੀ, ਤਾਂ ਇੱਕ ਫਲਕ ਦਾ ਜੋ ਖੇਤਰਫਲ ਹੈ, ਇੱਕ ਸਾਈਡ ਦਾ ਖੇਤਰਫਲ ਜੋ ਹੈ ਉਹ A² ਆ ਜਾਏਗਾ। ਇਸੇ ਤਰ੍ਹਾਂ ਕੁੱਲ ਮਿਲਾ ਕੇ 6 ਸਾਈਡਾਂ ਹੁੰਦੀਆਂ ਹਨ ਤਾਂ ਅਸੀਂ 6 ਵਾਰ A² ਦਾ ਪਲੱਸ ਕਰਾਂਗੇ ਤਾਂ ਸਾਡੇ ਕੋਲ ਜੋ ਆਨਸਰ ਆ ਜਾਏਗਾ ਉਹ 6A² ਆ ਜਾਏਗਾ। ਇਸ ਤਰ੍ਹਾਂ ਘਨ ਦੀ ਕੁੱਲ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਆ ਜਾਏਗਾ 6A²। ਹੁਣ ਅਸੀਂ ਗੱਲ ਕਰਦੇ ਹਾਂ ਪਾਸਵੀ ਸਤ੍ਹਾ ਦੇ ਖੇਤਰਫਲ ਦੀ। ਪਾਸਵੀ ਸਤ੍ਹਾ ਕੀ ਹੁੰਦੀ ਹੈ? ਪਾਸਵੀ ਸਤ੍ਹਾ ਪਿਆਰੇ ਬੱਚੋ ਹੁੰਦੀ ਹੈ ਸਿਰਫ ਉਸ ਦੀਆਂ ਸਾਈਡਾਂ। ਯਾਨੀ ਕਿ ਜੇਕਰ ਇੱਕ ਕਮਰੇ ਦੇ ਰੂਪ ਵਿੱਚ ਤੁਹਾਨੂੰ ਦੱਸਾਂ ਤਾਂ ਉਸ ਕਮਰੇ ਦੀਆਂ ਚਾਰੇ ਦੀਵਾਰਾਂ ਜੋ ਹੁੰਦੀਆਂ ਹਨ ਉਹ ਉਸ ਦੀ ਪਾਸਵੀ ਸਤ੍ਹਾ ਹੁੰਦੀ ਹੈ। ਤਾਂ ਹੁਣ ਕਿਉਂਕਿ ਇਸ ਦਾ ਹਰੇਕ ਸਾਈਡ ਜੋ ਹੈ ਬਰਾਬਰ ਹੈ, ਹਰੇਕ ਫਲਕ ਬਰਾਬਰ ਹੈ, ਤਾਂ ਇਸ ਦੇ ਹਰੇਕ ਫਲਕ ਦਾ ਖੇਤਰਫਲ ਜੋ ਹੈ ਸਾਡੇ ਕੋਲ A² ਹੈ ਅਤੇ ਕੁੱਲ ਕਿੰਨੀਆਂ ਫਲਕਾਂ ਹਨ? 4 ਫਲਕਾਂ ਹਨ ਜੋ ਪਾਸਵੀ ਸਤ੍ਹਾ ਦੇ ਵਿੱਚ ਸ਼ਾਮਲ ਹਨ। ਤਾਂ ਇਸ ਲਈ ਇਸ ਦਾ ਖੇਤਰਫਲ ਜੋ ਆ ਜਾਏਗਾ ਉਹ 4A² ਸਾਡੇ ਕੋਲ ਆ ਜਾਏਗਾ। ਇਸ ਤਰ੍ਹਾਂ ਅਸੀਂ ਘਨ ਦਾ ਖੇਤਰਫਲ ਜੋ ਹੈ ਪਤਾ ਕਰ ਸਕਦੇ ਹਾਂ। ਹੁਣ ਅਗਲੀ ਆਕ੍ਰਿਤੀ ਜੋ ਸਾਡੇ ਕੋਲ ਹੈ ਘਨਾਵ। ਘਨਾਵ ਆਕਾਰ ਆਕ੍ਰਿਤੀ ਜੋ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਕਿ ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਸਭ ਅਲੱਗ-ਅਲੱਗ ਹੁੰਦੀਆਂ ਹਨ। ਤਾਂ ਵਰਗ ਨਾਲੋਂ ਇਸ ਦਾ ਫਰਕ ਹੁਣ ਅਸੀਂ ਗੱਲ ਕਰਦੇ ਹਾਂ ਘਨਾਵ ਦੀ। ਘਨਾਵ ਵਿੱਚ ਜੋ ਆਕ੍ਰਿਤੀ ਹੁੰਦੀ ਹੈ ਉਸ ਦੇ ਵਿੱਚ ਸਾਡੇ ਕੋਲ ਲੰਬਾਈ, ਚੌੜਾਈ ਅਤੇ ਉਚਾਈ ਜੋ ਹੈ ਬਰਾਬਰ ਨਹੀਂ ਹੁੰਦੀ। ਘਨ ਦੇ ਵਿੱਚ ਅਤੇ ਘਨਾਵ ਦੇ ਵਿੱਚ ਜੋ ਫਰਕ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਘਨ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਪਰ ਘਨਾਵ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਨਹੀਂ ਹੁੰਦੀਆਂ। ਤਾਂ ਇਸ ਦੇ ਲਈ ਜਦੋਂ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਦੇਖਦੇ ਹਾਂ, ਇਸ ਆਕ੍ਰਿਤੀ ਨੂੰ ਖੋਲ੍ਹ ਕੇ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜੋ ਉੱਪਰ ਵਾਲੀ ਸਤ੍ਹਾ ਹੈ ਉਹ ਨੀਚੇ ਵਾਲੀ ਸਤ੍ਹਾ ਦੇ ਬਰਾਬਰ ਆ ਜਾਂਦੀ ਹੈ। ਯਾਨੀ ਕਿ ਜੋ ਮੈਂ ਦੂਸਰੀ ਤਸਵੀਰ ਵਿੱਚ ਦਿਖਾਇਆ ਹੈ 1 ਅਤੇ 2 ਨੰਬਰ ਉਹ ਆਪਸ ਵਿੱਚ ਬਰਾਬਰ ਹੋਣਗੇ ਅਤੇ ਇਸੇ ਤਰ੍ਹਾਂ ਇੱਕ ਕੰਧ ਦੇ ਜੋ ਸਾਹਮਣੇ ਵਾਲੀ ਕੰਧ ਹੈ ਉਹ ਵੀ ਆਪਸ ਵਿੱਚ ਬਰਾਬਰ ਹੋਏਗੀ। ਯਾਨੀ ਕਿ ਜੋ ਪੀਲੇ ਰੰਗ ਦੇ ਹਨ ਉਹ ਆਪਸ ਵਿੱਚ ਬਰਾਬਰ ਹੋਣਗੇ ਅਤੇ ਇਸੇ ਤਰ੍ਹਾਂ ਜੋ ਪੰਜਵੀਂ ਅਤੇ ਛੇਵੀਂ ਆਕ੍ਰਿਤੀ ਹੈ ਉਹ ਵੀ ਆਪਸ ਵਿੱਚ ਬਰਾਬਰ ਹੋਵੇਗੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਘਨਾਵ ਦੀ ਕੁੱਲ ਸਤ੍ਹਾ ਦੇ ਖੇਤਰਫਲ ਦੀ। ਤਾਂ ਘਨਾਵ ਦੇ ਕੁੱਲ ਮਿਲਾ ਕੇ 6 ਫਲਕ ਹੁੰਦੇ ਹਨ ਜਿਨ੍ਹਾਂ ਵਿੱਚੋਂ 2 ਫਲਕ ਜੋ ਹਨ ਆਇਤ 1 ਅਤੇ ਆਇਤ 2। ਕਿਉਂਕਿ ਇਹ ਆਇਤ ਦੇ ਰੂਪ ਵਿੱਚ ਹਨ ਤਾਂ ਇਸ ਲਈ ਅਸੀਂ ਇਸ ਨੂੰ ਆਇਤ ਦੇ ਰੂਪ ਦੇ ਵਿੱਚ ਜੋੜ ਕਰਾਂਗੇ, ਗੁਣਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਇਤ 1 ਦਾ ਖੇਤਰਫਲ ਕਿਸ ਦੇ ਬਰਾਬਰ ਆਏਗਾ? ਆਇਤ 1 ਜੋ ਕਿ ਫਰਸ਼ ਦੇ ਰੂਪ ਵਿੱਚ ਹੈ ਤਾਂ ਉਸ ਦੇ ਵਿੱਚ ਲੰਬਾਈ ਅਤੇ ਚੌੜਾਈ ਆ ਜਾਏਗੀ ਤਾਂ ਇਸ ਦਾ ਖੇਤਰਫਲ ਆਏਗਾ ਸਾਡੇ ਕੋਲ ਲੰਬਾਈ ਗੁਣਾ ਚੌੜਾਈ ਮੀਨਸ L × B।
ਇਸੇ ਤਰ੍ਹਾਂ ਜਿੰਨਾ ਸਾਡੇ ਕੋਲ ਫਰਸ਼ ਦਾ ਖੇਤਰਫਲ ਹੋਏਗਾ ਉਨਾ ਹੀ ਸਾਡੇ ਕੋਲ ਛੱਤ ਦਾ ਖੇਤਰਫਲ ਹੋਏਗਾ, ਤਾਂ ਉਹਦਾ ਖੇਤਰਫਲ ਵੀ ਆ ਜਾਏਗਾ L ਇੰਟੂ B। ਅਸੀਂ ਦੋਨਾਂ ਦਾ ਪਲੱਸ ਕਰਾਂਗੇ ਤਾਂ ਸਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਆ ਜਾਏਗਾ 2 ਬ੍ਰੈਕਟ ਸਟਾਰਟ L ਇੰਟੂ B। ਇਸੇ ਤਰ੍ਹਾਂ ਹੁਣ ਅਸੀਂ ਖੇਤਰਫਲ ਪਤਾ ਕਰਦੇ ਹਾਂ ਆਕ੍ਰਿਤੀ 3 ਅਤੇ 4 ਦਾ, ਆਇਤ 3 ਅਤੇ 4 ਦਾ ਖੇਤਰਫਲ। ਆਇਤ 3 ਅਤੇ 4 ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਇੱਕ ਤਾਂ ਸਾਡੇ ਕੋਲ ਲੰਬਾਈ ਹੈ, ਇੱਕ ਸਾਡੇ ਕੋਲ ਉਚਾਈ ਹੈ। ਤਾਂ ਅਸੀਂ ਇਸ ਦਾ ਖੇਤਰਫਲ ਪਤਾ ਕਰਨ ਦੇ ਲਈ ਲੰਬਾਈ ਗੁਣਾ ਚੌੜਾਈ ਕਰਾਂਗੇ, ਤਾਂ ਜੋ ਇੱਕ ਦੀਵਾਰ ਦਾ ਖੇਤਰਫਲ ਆਏਗਾ ਉਸ ਦੇ ਸਾਹਮਣੀ ਦੀਵਾਰ ਦਾ ਖੇਤਰਫਲ ਵੀ ਸੇਮ ਆਏਗਾ, ਤਾਂ ਉਸ ਦੇ ਵਿੱਚ ਸੇਮ ਹੀ ਪਲੱਸ ਕਰ ਦਿੱਤਾ ਅਤੇ ਸਾਡੇ ਕੋਲ ਜੋ ਆਨਸਰ ਆਏਗਾ 2 ਬ੍ਰੈਕਟ ਸਟਾਰਟ L ਇੰਟੂ H ਆ ਜਾਏਗਾ। ਇਸ ਤੋਂ ਬਾਅਦ ਜੋ ਸਾਡੇ ਕੋਲ 5th ਅਤੇ 6th ਯਾਨੀ ਕਿ 5ਵੀਂ ਅਤੇ 6ਵੀਂ ਆਇਤ ਰਹਿ ਗਈ, ਉਸ ਦਾ ਖੇਤਰਫਲ ਅਸੀਂ ਪਤਾ ਕਰਾਂਗੇ, ਤਾਂ ਉਸ ਦਾ ਖੇਤਰਫਲ ਸਾਡੇ ਕੋਲ ਆ ਜਾਏਗਾ B ਇੰਟੂ H, ਕਿਉਂਕਿ ਇੱਕ ਚੌੜਾਈ ਅਤੇ ਇੱਕ ਉਚਾਈ। ਇਸੇ ਤਰ੍ਹਾਂ ਜੋ ਉਸ ਦੀਵਾਰ ਦੇ ਸਾਹਮਣੇ ਵਾਲੀ ਦੀਵਾਰ ਹੈ ਉਸ ਦਾ ਖੇਤਰਫਲ ਵੀ ਸਾਡੇ ਕੋਲ ਆ ਜਾਏਗਾ B ਇੰਟੂ H, ਤਾਂ ਸਾਡੇ ਕੋਲ ਖੇਤਰਫਲ ਆ ਜਾਂਦਾ ਹੈ 2 ਬ੍ਰੈਕਟ ਸਟਾਰਟ B ਇੰਟੂ H। ਹੁਣ ਜਦੋਂ ਅਸੀਂ ਸਾਰੇ ਦੀ ਕੁੱਲ ਸਤ੍ਹਾ ਦੇ ਖੇਤਰਫਲ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਾਰਿਆਂ ਦਾ ਪਲੱਸ ਕਰ ਲਵਾਂਗੇ, ਤਾਂ ਪਲੱਸ ਕਰਾਂਗੇ ਤਾਂ ਸਾਡੇ ਕੋਲ ਘਨਾਭ ਦਾ ਕੁੱਲ ਖੇਤਰਫਲ ਆ ਜਾਏਗਾ 2 ਇੰਟੂ L ਇੰਟੂ B प्लस 2 इंटू L इंटू H प्लस 2 ब्रैकेट स्टार्ट B इंटू H। ਜਦੋਂ ਅਸੀਂ ਇਸ ਨੂੰ ਇਕੱਠਾ ਕਰਕੇ ਲਿਖਦੇ ਹਾਂ ਤਾਂ ਦੋ ਜੋ ਹਨ ਸਾਡੇ ਕੋਲ ਸਾਂਝੇ ਆ ਜਾਣਗੇ, ਕਾਮਨ ਆ ਜਾਣਗੇ ਅਤੇ ਬ੍ਰੈਕਟ ਦੇ ਵਿੱਚ ਆ ਜਾਏਗਾ 2 ਇੰਟੂ ਬ੍ਰੈਕਟ ਸਟਾਰਟ LB ਪਲਸ LH ਪਲਸ BH। ਇਸ ਤਰ੍ਹਾਂ ਪਿਆਰੇ ਬੱਚੋ ਅਸੀਂ ਕਿਸੇ ਘਨਾਭ ਦੀ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਪਤਾ ਕਰ ਸਕਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਘਨਾਭ ਦੇ ਪਾਸਵੀ ਸਤ੍ਹਾ ਦੇ ਖੇਤਰਫਲ ਦੀ। ਘਨਾਭ ਦੀ ਪਾਸਵੀ ਸਤ੍ਹਾ ਦਾ ਖੇਤਰਫਲ। ਪਾਸਵੀ ਸਤ੍ਹਾ ਕੀ ਹੁੰਦੀ ਹੈ? ਪਾਸਵੀ ਸਤ੍ਹਾ ਸਾਡੇ ਕੋਲ ਹੁੰਦੀ ਹੈ ਸਿਰਫ ਉਸ ਦੀਆਂ ਦੀਵਾਰਾਂ, ਯਾਨੀ ਕਿ ਕੁੱਲ ਸਤ੍ਹਾ ਦੇ ਖੇਤਰਫਲ ਦੇ ਵਿੱਚੋਂ ਸਾਨੂੰ ਉਸ ਦਾ ਜੋ ਫਰਸ਼ ਹੈ ਅਤੇ ਛੱਤ ਹੈ ਉਸ ਦੇ ਖੇਤਰਫਲ ਦੀ ਜ਼ਰੂਰਤ ਨਹੀਂ ਹੈ। ਤਾਂ ਅਸੀਂ ਜੋ ਫਰਸ਼ ਅਤੇ ਛੱਤ ਹੈ ਉਸ ਤੋਂ ਬਿਨਾਂ ਜੋ ਦੀਵਾਰਾਂ ਹਨ ਜਿਸ ਦਾ ਖੇਤਰਫਲ ਸਾਡੇ ਕੋਲ ਸੀ 2 ਬ੍ਰੈਕਟ ਸਟਾਰਟ L ਇੰਟੂ H ਬ੍ਰੈਕਟ ਕਲੋਜ਼ ਪਲਸ 2 ਬ੍ਰੈਕਟ ਸਟਾਰਟ B ਇੰਟੂ H, ਦੋਨਾਂ ਨੂੰ ਲਿਖ ਲਵਾਂਗੇ। ਅਤੇ ਜਦੋਂ ਅਸੀਂ ਦੋਨਾਂ ਵਿੱਚੋਂ ਸਾਂਝੇ ਦੀ ਗੱਲ ਕਰਦੇ ਹਾਂ, ਕਾਮਨ ਦੀ ਗੱਲ ਕਰਦੇ ਹਾਂ, ਤਾਂ ਸਾਡੇ ਕੋਲ ਜੋ ਹੈ 2 ਕਾਮਨ ਆ ਜਾਂਦਾ ਹੈ ਅਤੇ ਬ੍ਰੈਕਟ ਦੇ ਵਿੱਚ ਆ ਜਾਂਦਾ ਹੈ L ਪਲਸ B ਇੰਟੂ H। H ਜੋ ਹੈ ਕਿਉਂਕਿ ਦੋਨੇ ਬ੍ਰੈਕਟਸ ਦੇ ਵਿੱਚ ਸੀ ਇਹ ਵੀ ਸਾਡੇ ਕੋਲ ਕਾਮਨ ਆ ਗਿਆ। ਤਾਂ ਇਸ ਤਰ੍ਹਾਂ ਅਸੀਂ ਜੋ ਘਨਾਭ ਹੈ ਉਸ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਹੁਣ ਅਸੀਂ ਪਿਆਰੇ ਬੱਚੋ ਇਸ ਦੇ ਨਾਲ ਮਿਲਦੇ ਜੁਲਦੇ ਕੁਝ ਸਵਾਲ ਕਰਾਂਗੇ ਤਾਂ ਕਿ ਅਸੀਂ ਜੋ ਦੁਹਰਾਈ ਕਰ ਰਹੇ ਹਾਂ ਉਸ ਮੰਤਵ ਦੇ ਲਈ ਤੁਹਾਨੂੰ ਸਾਰੀ ਜੋ ਇਸ ਟੌਪਿਕ ਬਾਰੇ ਕਲੀਅਰ ਹੋ ਸਕੇ। ਹੁਣ ਸਾਡਾ ਸਭ ਤੋਂ ਪਹਿਲੀ ਜੋ ਐਗਜ਼ਾਮਪਲ ਅਸੀਂ ਲਈ ਹੈ, ਇੱਕ ਕਮਰੇ ਦੀ ਲੰਬਾਈ, ਚੌੜਾਈ ਅਤੇ ਉਚਾਈ 5 ਮੀਟਰ, 4 ਮੀਟਰ ਅਤੇ 3 ਮੀਟਰ ਹੈ। ਰੁਪਏ 7 ਰੁਪਏ 50 ਪੈਸੇ ਪ੍ਰਤੀ ਮੀਟਰ ਸਕੁਅਰ ਦੀ ਦਰ ਨਾਲ ਇਸ ਕਮਰੇ ਦੀ ਦੀਵਾਰਾਂ ਅਤੇ ਛੱਤ ਨੂੰ ਸਫੈਦੀ ਕਰਵਾਉਣ ਦਾ ਖਰਚ ਪਤਾ ਕਰੋ। ਹੁਣ ਜਿਵੇਂ ਕਿ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਕਿਸੇ ਕਮਰੇ ਨੂੰ ਸਫੈਦੀ ਕਰਾਉਂਦੇ ਹਾਂ, ਰੰਗ ਕਰਾਉਂਦੇ ਹਾਂ, ਤਾਂ ਅਸੀਂ ਸਿਰਫ ਉਸ ਦੀਆਂ ਦੀਵਾਰਾਂ ਦੇ ਉੱਤੇ ਅਤੇ ਉਸ ਦੀ ਛੱਤ ਦੇ ਉੱਤੇ ਰੰਗ ਕਰਵਾਉਂਦੇ ਹਾਂ। ਤਾਂ ਅਸੀਂ ਕਿਸ ਤਰ੍ਹਾਂ ਕਰਾਂਗੇ? ਅਸੀਂ ਸਭ ਤੋਂ ਪਹਿਲਾਂ ਕਮਰੇ ਦੀ ਜੋ ਲੰਬਾਈ ਹੈ, ਚੌੜਾਈ ਹੈ ਅਤੇ ਉਚਾਈ ਹੈ ਉਹ ਲਿਖਾਂਗੇ ਅਤੇ ਉਸ ਤੋਂ ਬਾਅਦ ਉਸ ਦੇ ਚਾਰੇ ਦੀਵਾਰਾਂ ਦਾ ਖੇਤਰਫਲ ਅਤੇ ਛੱਤ ਦਾ ਖੇਤਰਫਲ ਪਤਾ ਕਰਾਂਗੇ। ਤਾਂ ਇਸ ਸਵਾਲ ਦੇ ਵਿੱਚ ਸਾਡੇ ਕੋਲ ਕਮਰੇ ਦੀ ਲੰਬਾਈ ਯਾਨੀ ਕਿ L ਬਰਾਬਰ ਹੈ 5 ਮੀਟਰ, ਕਮਰੇ ਦੀ ਚੌੜਾਈ ਯਾਨੀ ਕਿ B ਬਰਾਬਰ ਹੈ 4 ਮੀਟਰ, ਕਮਰੇ ਦੀ ਉਚਾਈ ਯਾਨੀ ਕਿ H ਬਰਾਬਰ ਹੈ 3 ਮੀਟਰ। ਤਾਂ ਇਸ ਤੋਂ ਬਾਅਦ ਕਮਰੇ ਦੀਆਂ 4 ਦੀਵਾਰਾਂ ਦਾ ਖੇਤਰਫਲ ਅਤੇ ਛੱਤ ਦਾ ਖੇਤਰਫਲ। 4 ਦੀਵਾਰਾਂ ਯਾਨੀ ਕਿ ਪਾਸਵੀ ਸਤ੍ਹਾ ਦਾ ਖੇਤਰਫਲ
ਅਤੇ ਛੱਤ ਦਾ ਖੇਤਰਫਲ ਯਾਨੀ ਕਿ ਲੰਬਾਈ ਗੁਣਾ ਚੌੜਾਈ। ਤਾਂ ਹੁਣ ਪਾਸਵੀ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਹੁੰਦਾ ਹੈ 2 ਇੰਟੂ L+B ਯਾਨੀ ਕਿ ਲੰਬਾਈ ਜੋੜ ਚੌੜਾਈ। ਇਹ ਸਾਰੇ ਨੂੰ ਗੁਣਾ ਕਰਦੇ ਹਾਂ ਅਸੀਂ ਉਚਾਈ ਦੇ ਨਾਲ, ਅਤੇ ਛੱਤ ਦਾ ਖੇਤਰਫਲ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਤਾਂ ਦੋਨਾਂ ਦਾ ਅਸੀਂ ਜੋੜ ਕਰ ਲਵਾਂਗੇ। ਜਦੋਂ ਅਸੀਂ ਇਸ ਦੇ ਵਿੱਚ ਇਸ ਦੀ ਵੈਲਿਊਜ਼ ਫਿਲ ਕਰਦੇ ਹਾਂ ਤਾਂ ਲੰਬਾਈ ਦੀ ਜਗ੍ਹਾ ਦੇ ਉੱਤੇ ਅਸੀਂ 5 ਲਿਖਦੇ ਹਾਂ ਅਤੇ ਚੌੜਾਈ ਦੀ ਜਗ੍ਹਾ ਦੇ ਉੱਤੇ ਅਸੀਂ 4 ਲਿਖਦੇ ਹਾਂ। ਉਚਾਈ h ਯਾਨੀ ਕਿ 3 ਮੀਟਰ ਹੈ, ਉਸ ਤੋਂ ਬਾਅਦ ਪਲੱਸ L ਦੀ ਜਗ੍ਹਾ ਤੇ 5 ਅਤੇ B ਦੀ ਜਗ੍ਹਾ ਤੇ 4। ਹੁਣ ਅਸੀਂ ਸਭ ਤੋਂ ਪਹਿਲਾਂ ਜੋ ਬ੍ਰੈਕਟ ਹੈ ਇਸ ਨੂੰ ਹੱਲ ਕਰਦੇ ਹਾਂ। ਬ੍ਰੈਕਟ ਦੇ ਵਿੱਚ ਸਾਡੇ ਕੋਲ ਟਰਮ ਹੈ 5 + 4, 5 ਜੋੜ 4, ਤਾਂ ਸਾਡੇ ਕੋਲ ਆ ਜਾਏਗਾ 9। ਤਾਂ ਅਸੀਂ 2 ਨੂੰ 9 ਦੇ ਨਾਲ ਗੁਣਾ ਕਰਾਂਗੇ ਅਤੇ ਫਿਰ 3 ਦੇ ਨਾਲ ਗੁਣਾ ਕਰਾਂਗੇ। ਉਸ ਤੋਂ ਬਾਅਦ ਸਾਡੇ ਕੋਲ ਜੋ ਹੈ ਅਸੀਂ ਜੋੜ ਕਰਕੇ ਇਸ ਦਾ ਆਨਸਰ ਪਤਾ ਕਰਾਂਗੇ। ਕਮਰੇ ਦੀਆਂ 4 ਦੀਵਾਰਾਂ ਅਤੇ ਛੱਤ ਦਾ ਖੇਤਰਫਲ ਬਰਾਬਰ ਹੈ 2 ਗੁਣਾ 9 ਗੁਣਾ 3, ਅਤੇ ਜੋ ਛੱਤ ਦਾ ਖੇਤਰਫਲ ਸੀ 5 ਗੁਣਾ 4 ਯਾਨੀ ਕਿ 20। ਅਸੀਂ ਜਦੋਂ ਹੁਣ ਇਸ ਨੂੰ ਅੱਗੇ ਹੱਲ ਕਰਦੇ ਹਾਂ ਤਾਂ 2 ਨੂੰ 9 ਨਾਲ ਗੁਣਾ ਕਰਦੇ ਹਾਂ 18, 18 ਨੂੰ 3 ਨਾਲ ਗੁਣਾ ਕਰਦੇ ਹਾਂ 54, ਅਤੇ ਵਿੱਚ 20 ਜੋ ਹੈ ਜੋੜ ਕਰ ਦੇਵਾਂਗੇ, ਪਲੱਸ ਕਰ ਦੇਵਾਂਗੇ, ਤਾਂ ਸਾਡੇ ਕੋਲ ਜੋ ਕੁੱਲ ਖੇਤਰਫਲ ਹੈ 74 ਮੀਟਰ ਸਕੁਅਰ ਆ ਗਿਆ, 74 ਮੀਟਰ ਸਕੁਅਰ ਆ ਜਾਂਦਾ ਹੈ। 1 ਮੀਟਰ ਸਕੁਅਰ ਖੇਤਰਫਲ ਨੂੰ ਰੰਗ ਕਰਾਉਣ ਦਾ ਖਰਚ ਬਰਾਬਰ ਹੈ 7 ਰੁਪਏ 50 ਪੈਸੇ। 74 ਮੀਟਰ ਸਕੁਅਰ ਨੂੰ ਰੰਗ ਕਰਾਉਣ ਦਾ ਖਰਚ, ਤਾਂ ਅਸੀਂ 7 ਰੁਪਏ 50 ਪੈਸੇ ਜੋ ਹੈ ਉਸ ਨੂੰ 74 ਦੇ ਨਾਲ ਯਾਨੀ ਕਿ 74 ਦੇ ਨਾਲ ਮਲਟੀਪਲਾਈ ਕਰ ਦੇਵਾਂਗੇ, ਗੁਣਾ ਕਰ ਦੇਵਾਂਗੇ, ਤਾਂ 7 ਰੁਪਏ 50 ਪੈਸੇ। ਇਸ ਨੂੰ ਅਸੀਂ ਲਿਖਦੇ ਹਾਂ 750/100 ਗੁਣਾ 74 ਯਾਨੀ ਕਿ 74। ਹੁਣ ਕਿਉਂਕਿ 750 ਅਤੇ 100 ਆਪਸ ਵਿੱਚ ਇੱਕ ਦੂਜੇ ਨਾਲ ਕੈਂਸਲ ਆਊਟ ਹੋ ਸਕਦੇ ਸੀ, ਤਾਂ ਅਸੀਂ ਇਸ ਨੂੰ ਕੈਂਸਲ ਆਊਟ ਕਰਾਵਾਂਗੇ। ਤਾਂ ਅਸੀਂ ਦੇਖਦੇ ਹਾਂ ਕਿ ਇਹ 50 ਦੇ ਟੇਬਲ ਤੇ ਯਾਨੀ ਕਿ 50 ਦੇ ਪਹਾੜੇ ਦੇ ਉੱਤੇ ਆਪਸ ਵਿੱਚ ਕੱਟਦੇ ਹਨ। ਤਾਂ ਸਾਡੇ ਕੋਲ ਉੱਪਰਲੀ ਸਾਈਡ ਤੇ ਯਾਨੀ ਕਿ ਅੰਸ਼ ਦੇ ਵਿੱਚ ਆ ਜਾਏਗਾ 15 ਅਤੇ ਹਰ ਦੇ ਵਿੱਚ ਆ ਜਾਏਗਾ 2, ਅਤੇ ਉਸ ਤੋਂ ਬਾਅਦ 74 ਅਤੇ 2 ਵੀ ਆਪਸ ਵਿੱਚ ਕੈਂਸਲ ਆਊਟ ਹੋ ਸਕਦੇ ਹਨ, ਕੱਟ ਸਕਦੇ ਹਨ। ਤਾਂ 74 ਨੂੰ 2 ਨਾਲ ਅਸੀਂ ਡਿਵਾਈਡ ਕਰਾਂਗੇ, ਕੱਟਾਂਗੇ, ਤਾਂ ਸਾਡੇ ਕੋਲ ਆ ਜਾਂਦਾ ਹੈ 37। ਤਾਂ ਹੁਣ ਅਸੀਂ ਇਸ ਦੀ ਗੁਣਾ ਕਰਾਂਗੇ। ਗੁਣਾ ਕਰਨ ਲਈ ਸਾਡੇ ਕੋਲ ਬਚ ਜਾਂਦਾ ਹੈ 15 ਗੁਣਾ 37 ਰੁਪਏ। ਤਾਂ ਸਾਡੀ ਜੋ ਦੀਵਾਰਾਂ ਅਤੇ ਛੱਤ ਨੂੰ ਰੰਗ ਕਰਾਉਣ ਲਈ, ਸਫੈਦੀ ਕਰਵਾਉਣ ਲਈ ਜੋ ਕੁੱਲ ਖਰਚਾ ਸੀ ਉਹ ਆ ਜਾਂਦਾ ਹੈ 555 ਰੁਪਏ। ਇਸ ਤਰ੍ਹਾਂ ਪਿਆਰੇ ਬੱਚੋ ਅਸੀਂ ਦੀਵਾਰਾਂ ਦੇ ਉੱਤੇ ਅਤੇ ਛੱਤ ਦੇ ਉੱਤੇ ਰੰਗ ਕਰਾਉਣ ਲਈ ਹੋਏ ਖਰਚੇ ਬਾਰੇ ਪਤਾ ਕਰ ਸਕਦੇ ਹਾਂ। ਹੁਣ ਅਸੀਂ ਕਰਦੇ ਹਾਂ ਅਗਲਾ ਸਵਾਲ। ਇਸ ਦੇ ਵਿੱਚ ਜੋ ਸਾਨੂੰ ਕਿਹਾ ਗਿਆ ਹੈ ਕਿ ਹਮੀਦ ਨੇ ਆਪਣੇ ਘਰ ਦੇ ਲਈ ਇੱਕ ਢੱਕਣ ਵਾਲੀ ਟੈਂਕੀ ਬਣਵਾਈ ਹੈ ਜਿਸ ਦੀ ਹਰੇਕ ਭੁਜਾ ਜੋ ਹੈ 1.5 ਮੀਟਰ ਲੰਬੀ ਹੈ। ਤਾਂ ਇਹ ਘਨਾਕਾਰ ਟੈਂਕੀ ਹੈ ਜਿਸ ਦੀਆਂ ਸਾਰੀਆਂ ਭੁਜਾਵਾਂ ਜੋ ਹਨ ਬਰਾਬਰ ਹੁੰਦੀਆਂ ਹਨ। ਉਹ ਟੈਂਕੀ ਦੇ ਆਧਾਰ ਨੂੰ ਛੱਡ ਕੇ ਬਾਕੀ ਸਾਰੀ ਟੈਂਕੀ ਦੇ ਉੱਤੇ 25 ਸੈਂਟੀਮੀਟਰ ਭੁਜਾ ਵਾਲੀ ਵਰਗਾਕਾਰ ਟਾਈਲ ਜੋ ਹੈ ਲਗਵਾਉਣਾ ਚਾਹੁੰਦਾ ਹੈ, ਅਤੇ ਜੇਕਰ 1 ਦਰਜਨ ਟਾਈਲਾਂ ਦਾ ਮੁੱਲ 360 ਰੁਪਏ ਹੋਵੇ ਤਾਂ ਉਸ ਨੂੰ ਕੁੱਲ ਕਿੰਨਾ ਖਰਚਾ ਕਰਨਾ ਪਵੇਗਾ। ਤਾਂ ਸਭ ਤੋਂ ਪਹਿਲਾਂ ਜੋ ਸਾਨੂੰ ਟੈਂਕੀ ਦਿੱਤੀ ਹੈ ਉਹ ਘਣਾ ਆਕਾਰ ਦੀ ਹੈ ਯਾਨੀ ਕਿ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹਨ। ਤਾਂ ਹੁਣ ਉਹ ਜੋ ਚਾਹੁੰਦਾ ਹੈ ਕਿ ਅਸੀਂ ਟੈਂਕੀ ਦੇ ਉੱਤੇ ਇਕੱਲੇ ਤਲ ਨੂੰ ਛੱਡ ਕੇ ਬਾਕੀ ਸਾਰੀ ਜਗ੍ਹਾ ਦੇ ਉੱਤੇ ਟਾਈਲਾਂ ਲਗਵਾਉਣੀਆਂ ਹਨ। ਮਤਲਬ ਸਿਰਫ ਤੇ ਸਿਰਫ ਅਸੀਂ ਆਧਾਰ ਜੋ ਹੈ ਉਹ ਛੱਡ ਦੇਣਾ ਹੈ ਬਾਕੀ ਸਾਰੀ ਜਗ੍ਹਾ ਤੇ। ਤਾਂ ਹੁਣ ਕੁੱਲ ਫਲਕਾਂ ਜਿਨ੍ਹਾਂ ਤੇ ਉਹ ਟਾਈਲਾਂ ਲਗਵਾਉਣਾ ਚਾਹੁੰਦਾ ਗਾ 5। ਘਨਾਕਾਰ ਟੈਂਕੀ ਦਾ ਕਿਨਾਰਾ 1.5 ਮੀਟਰ। ਤਾਂ ਜਦੋਂ ਅਸੀਂ ਇਸ ਨੂੰ ਸੈਂਟੀਮੀਟਰ 'ਚ ਬਦਲਦੇ ਹਾਂ ਤਾਂ 100 ਨਾਲ ਇਸ ਨੂੰ ਗੁਣਾ ਕਰ ਲਵਾਂਗੇ ਤਾਂ ਸਾਡੇ ਕੋਲ ਆ ਜਾਏਗਾ 150 ਸੈਂਟੀਮੀਟਰ। ਤਾਂ ਹੁਣ ਟੈਂਕੀ ਦਾ ਖੇਤਰਫਲ ਜਿਸ ਦੇ ਉੱਤੇ ਟਾਈਲਾਂ ਲਗਵਾਉਣੀਆਂ ਹਨ, ਤਾਂ ਕਿਉਂਕਿ 5 ਫਲਕ ਹਨ ਤਾਂ 5
ਗੁਣਾ ਭੁਜਾ ਗੁਣਾ ਭੁਜਾ। ਤਾਂ ਇਸ ਤਰ੍ਹਾਂ ਜੋ ਵਰਗਾਕਾਰ ਟਾਇਲ ਹੈ ਉਸ ਦਾ ਖੇਤਰਫਲ ਪਤਾ ਕਰਾਂਗੇ। ਵਰਗ ਦਾ ਖੇਤਰਫਲ ਹੁੰਦਾ ਹੈ ਭੁਜਾ ਗੁਣਾ ਭੁਜਾ, 25 ਗੁਣਾ 25 ਯਾਨੀ ਕਿ 625 ਸੈਂਟੀਮੀਟਰ ਸਕੁਅਰ। ਤਾਂ ਹੁਣ ਟਾਈਲਾਂ ਦੀ ਗਿਣਤੀ ਜੋ ਹੈ ਅਸੀਂ ਪਤਾ ਕਰਨੀ ਹੈ। ਟਾਈਲਾਂ ਦੀ ਗਿਣਤੀ ਕਿਸ ਤਰ੍ਹਾਂ ਪਤਾ ਲੱਗੇਗੀ? ਜਿੰਨੀ ਸਾਨੂੰ ਟੈਂਕੀ ਦਾ ਖੇਤਰਫਲ ਪਤਾ ਕੀਤਾ ਹੈ ਉਸ ਨੂੰ ਅਸੀਂ ਇੱਕ ਟਾਈਲ ਦੇ ਖੇਤਰਫਲ ਦੇ ਨਾਲ ਭਾਗ ਕਰ ਦੇਵਾਂਗੇ। ਤਾਂ ਟੈਂਕੀ ਦੀ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਸੀ 5 ਗੁਣਾ 150 ਗੁਣਾ 150 ਅਤੇ ਜੋ ਟਾਈਲ ਦਾ ਖੇਤਰਫਲ ਸੀ ਉਹ ਸੀ ਸਾਡੇ ਕੋਲ 25 ਗੁਣਾ 25। ਹੁਣ ਅਸੀਂ ਜਿਵੇਂ ਇਸ ਸਮ ਦੇ ਵਿੱਚ ਦੇਖ ਸਕਦੇ ਹਾਂ ਕਿ ਕੁਝ ਟਰਮਸ ਆਪਸ ਵਿੱਚ ਕੈਂਸਲ ਆਊਟ ਹੋ ਸਕਦੀਆਂ ਹਨ। ਤਾਂ ਜੋ 150 ਸੀ ਉਹ 25 ਦੇ ਨਾਲ ਕੈਂਸਲ ਆਊਟ ਹੋ ਜਾਏਗਾ, ਉਹ 6 ਆ ਜਾਏਗਾ ਅਤੇ ਦੂਸਰਾ ਵੀ 150 25 ਨਾਲ ਕੈਂਸਲ ਆਊਟ ਹੋ ਕੇ 6 ਆ ਜਾਏਗਾ। ਤਾਂ ਸਾਡੇ ਕੋਲ ਆ ਜਾਏਗਾ 5 ਗੁਣਾ 6 ਗੁਣਾ 6 ਯਾਨੀ ਕਿ 180। ਤਾਂ ਸਾਨੂੰ ਕੁੱਲ ਕਿੰਨੀਆਂ ਟਾਈਲਾਂ ਦੀ ਜ਼ਰੂਰਤ ਹੈ? 180 ਟਾਈਲਾਂ ਦੀ ਜ਼ਰੂਰਤ ਹੈ। ਜਿਵੇਂ ਸਾਨੂੰ ਪ੍ਰਸ਼ਨ ਦੇ ਵਿੱਚ ਕਿਹਾ ਸੀ 1 ਦਰਜਨ ਯਾਨੀ ਕਿ 12 ਟਾਈਲਾਂ ਦਾ ਮੁੱਲ 360 ਰੁਪਏ ਹੈ। ਤਾਂ ਇੱਕ ਟਾਈਲ ਦਾ ਮੁੱਲ 360/12 ਯਾਨੀ ਕਿ 30 ਰੁਪਏ ਸਾਡੇ ਕੋਲ ਆ ਜਾਂਦਾ ਹੈ। ਹੁਣ ਅਸੀਂ 180 ਟਾਈਲਾਂ ਦਾ ਮੁੱਲ ਪਤਾ ਕਰਨਾ ਹੈ। 180 ਟਾਈਲਾਂ ਦਾ ਮੁੱਲ ਪਤਾ ਕਰਨ ਦੇ ਲਈ ਸਾਨੂੰ ਕੀ ਕਰਨਾ ਪਏਗਾ? ਸਾਨੂੰ 180 ਨੂੰ 30 ਨਾਲ ਮਲਟੀਪਲਾਈ ਕਰਨਾ ਪਏਗਾ, ਗੁਣਾ ਕਰਨਾ ਪਏਗਾ। ਤਾਂ ਸਾਡੇ ਕੋਲ ਆ ਜਾਏਗਾ 5400 ਯਾਨੀ ਕਿ 5400 ਰੁਪਏ। ਇਸ ਤਰ੍ਹਾਂ ਅਸੀਂ ਇਸ ਦਾ ਜੋ ਹੈ ਮੁੱਲ ਪਤਾ ਕਰ ਸਕਦੇ ਹਾਂ। ਹੁਣ ਅਸੀਂ ਕਰਾਂਗੇ ਅਗਲਾ ਸਵਾਲ, ਜਿਸ ਦੇ ਵਿੱਚ ਘਨ ਅਤੇ ਘਨਾਵ ਦੇ ਸਾਰੇ ਹੀ ਫਾਰਮੂਲੇ ਜੋ ਹਨ ਵਰਤੇ ਜਾਂਦੇ ਹਨ ਤਾਂ ਕਿ ਤੁਹਾਨੂੰ ਇਸ ਦੇ ਬਾਰੇ ਵਿੱਚ ਹੋਰ ਵੀ ਚੰਗੀ ਤਰ੍ਹਾਂ ਸਮਝ ਆ ਜਾਵੇ। ਤਾਂ ਜੋ ਸਾਨੂੰ ਇਸ ਦੇ ਵਿੱਚ ਕਿਹਾ ਗਿਆ ਹੈ, ਇੱਕ ਘਨਾਕਾਰ ਡੱਬੇ ਦਾ ਇੱਕ ਕਿਨਾਰਾ 10 ਸੈਂਟੀਮੀਟਰ ਲੰਬਾਈ ਦਾ ਹੈ ਅਤੇ ਇੱਕ ਹੋਰ ਘਨਾਵਕਾਰ ਡੱਬੇ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ 12.5 ਸੈਂਟੀਮੀਟਰ, 10 ਸੈਂਟੀਮੀਟਰ ਅਤੇ 8 ਸੈਂਟੀਮੀਟਰ ਹੈ। ਪਤਾ ਕਰੋ ਕਿਸ ਡੱਬੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਵੱਧ ਹੈ ਅਤੇ ਕਿੰਨਾ ਵੱਧ ਹੈ। ਦੂਸਰਾ, ਕਿਸ ਡੱਬੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਘੱਟ ਹੈ ਅਤੇ ਕਿੰਨਾ ਘੱਟ ਹੈ। ਤਾਂ ਇਸ ਕੁਐਸਚਨ ਦੇ ਵਿੱਚ ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਸਾਨੂੰ ਇੱਕ ਤਾਂ ਘਨ ਆਕਾਰ ਦਾ ਡੱਬਾ ਦਿੱਤਾ ਹੈ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹਨ, 10 ਸੈਂਟੀਮੀਟਰ ਦੀਆਂ ਹਨ, ਅਤੇ ਇੱਕ ਹੋਰ ਘਨਾਵ ਆਕਾਰ ਦਾ ਦਿੱਤਾ ਹੈ ਜਿਸ ਦੀਆਂ ਭੁਜਾਵਾਂ 12.5 ਸੈਂਟੀਮੀਟਰ, 10 ਸੈਂਟੀਮੀਟਰ ਅਤੇ 8 ਸੈਂਟੀਮੀਟਰ ਹਨ। ਅਸੀਂ ਸਭ ਤੋਂ ਪਹਿਲਾਂ ਪਾਸਵੀ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਅਤੇ ਫਿਰ ਦੱਸਣਾ ਹੈ ਕਿ ਕਿਸ ਦਾ ਖੇਤਰਫਲ ਵੱਧ ਹੈ ਅਤੇ ਕਿੰਨਾ ਹੈ। ਫਿਰ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਅਤੇ ਫਿਰ ਦੱਸਣਾ ਹੈ ਕਿਸ ਦਾ ਖੇਤਰਫਲ ਕਿੰਨਾ ਘੱਟ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਘਨ ਦੀ ਗੱਲ ਕਰਦੇ ਹਾਂ। ਤਾਂ ਘਨ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹਨ, ਤਾਂ ਸਾਡੇ ਕੋਲ ਘਨਾਕਾਰ ਡੱਬੇ ਦਾ ਕਿਨਾਰਾ ਯਾਨੀ ਕਿ L ਬਰਾਬਰ ਹੈ 10 ਸੈਂਟੀਮੀਟਰ। ਘਨਾਕਾਰ ਡੱਬੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਬਰਾਬਰ ਹੈ 4L ਸਕੁਅਰ ਯਾਨੀ ਕਿ 4 ਗੁਣਾ ਭੁਜਾ ਗੁਣਾ ਭੁਜਾ ਯਾਨੀ ਕਿ 4 ਗੁਣਾ 10 ਦਾ ਸਕੁਅਰ। 10 ਦਾ ਸਕੁਅਰ ਯਾਨੀ ਕਿ 10 ਗੁਣਾ 10 100 ਆ ਜਾਏਗਾ। ਤਾਂ ਅਸੀਂ 4 ਨੂੰ 100 ਨਾਲ ਜਦੋਂ ਗੁਣਾ ਕਰਾਂਗੇ, ਮਲਟੀਪਲਾਈ ਕਰਾਂਗੇ, ਸਾਡੇ ਕੋਲ ਜੋ ਹੈ ਘਨਾਕਾਰ ਡੱਬੇ ਦਾ ਖੇਤਰਫਲ ਆ ਜਾਏਗਾ 400 ਸੈਂਟੀਮੀਟਰ ਸਕੁਅਰ। ਹੁਣ ਅਸੀਂ ਕੁੱਲ ਸਤ੍ਹਾ ਦੇ ਖੇਤਰਫਲ ਦੀ ਗੱਲ ਕਰਦੇ ਹਾਂ। ਤਾਂ ਘਨਾਕਾਰ ਦੇ ਕੁੱਲ ਸਤ੍ਹਾ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ 6L ਸਕੁਅਰ। L ਯਾਨੀ ਕਿ ਕਿਨਾਰਾ, ਕਿਨਾਰਾ ਜੋ ਸਾਨੂੰ ਦਿੱਤਾ ਹੋਇਆ ਹੈ ਉਹ 10 ਸੈਂਟੀਮੀਟਰ ਦਾ ਦਿੱਤਾ ਹੋਇਆ ਹੈ, ਤਾਂ 10 ਦਾ ਸਕੁਅਰ। ਤਾਂ ਸਾਡੇ ਕੋਲ ਆ ਜਾਏਗਾ 6 ਗੁਣਾ 100। ਤਾਂ 6 ਨੂੰ ਜਦੋਂ ਅਸੀਂ 100 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਜੋ ਹੈ ਆ ਜਾਏਗਾ 600 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਘਨਾਕਾਰ ਡੱਬੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਆ ਜਾਂਦਾ ਹੈ 600 ਸੈਂਟੀਮੀਟਰ ਸਕੁਅਰ। ਹੁਣ ਅਸੀਂ ਗੱਲ ਕਰਦੇ ਹਾਂ ਘਨਾਵ ਆਕਾਰ ਆਕ੍ਰਿਤੀ ਦੀ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਘਨਾਵ ਆਕਾਰ ਆਕ੍ਰਿਤੀ ਜੋ ਹੈ ਘਣਾ ਆਕਾਰ ਆਕ੍ਰਿਤੀ ਤੋਂ ਵੱਖ ਹੁੰਦੀ ਹੈ
ਕਿਉਂਕਿ ਇਸ ਦੇ ਵਿੱਚ ਜੋ ਭੁਜਾਵਾਂ ਹਨ ਉਹ ਵੱਖ-ਵੱਖ ਹੁੰਦੀਆਂ ਹਨ, ਲੰਬਾਈ, ਚੌੜਾਈ ਅਤੇ ਉਚਾਈ ਵੱਖ-ਵੱਖ ਹੁੰਦੀ ਹੈ। ਤਾਂ ਇਸ ਦੇ ਵਿੱਚ ਜੋ ਘਨਾਵਕਾਰ ਡੱਬਾ ਹੈ, ਜਾਣੀ ਕਿ ਉਸ ਦੀ ਲੰਬਾਈ ਜੋ ਹੈ ਸਾਨੂੰ ਦਿੱਤੀ ਹੋਈ ਹੈ L ਬਰਾਬਰ ਹੈ 12.5 ਸੈਂਟੀਮੀਟਰ ਅਤੇ ਘਨਾਵਕਾਰ ਡੱਬੇ ਦੀ ਚੌੜਾਈ ਜਾਣੀ ਕਿ B ਬਰਾਬਰ ਹੈ 10 ਸੈਂਟੀਮੀਟਰ ਅਤੇ ਘਨਾਵਕਾਰ ਡੱਬੇ ਦੀ ਉਚਾਈ ਜਾਣੀ ਕਿ H ਬਰਾਬਰ ਹੈ 8 ਸੈਂਟੀਮੀਟਰ। ਸਭ ਤੋਂ ਪਹਿਲਾਂ ਅਸੀਂ ਇਸ ਦਾ ਜੋ ਹੈ ਪਾਸਵੀ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ। ਤਾਂ ਡੱਬੇ ਜੋ ਘਨਾਵਕਾਰ ਆਕਾਰ ਦਾ ਹੈ ਉਸ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਬਰਾਬਰ ਹੁੰਦਾ ਹੈ 2L + B × H, यानी कि 2 ब्रैकेट स्टार्ट लंबाई जोड़ चौड़ाई गुना उचाई। तो हुण लंबाई की जगह ते आपां मुल भर दिता 12.5, चौड़ाई यानी कि 20 की जगह ते आपां फिल कर दिता 10 ਅਤੇ ਉਚਾਈ ਉਸ ਦੀ ਜਗ੍ਹਾ ਤੇ ਭਰ ਦਿੱਤਾ 8। ਹੁਣ ਜਦੋਂ ਅਸੀਂ ਇਸ ਨੂੰ ਹੱਲ ਕਰਨਾ ਹੈ, ਹੱਲ ਕਰਦੇ ਸਮੇਂ ਸਭ ਤੋਂ ਪਹਿਲਾਂ ਬ੍ਰੈਕਟ ਨੂੰ ਜੋ ਹੈ ਹੱਲ ਕਰਾਂਗੇ। ਬ੍ਰੈਕਟ ਨੂੰ ਹੱਲ ਕਰਾਂਗੇ ਤਾਂ 12.5 ਜੋੜ 10 यानी कि 22.5 ਆ ਜਾਏਗਾ ਅਤੇ ਜੋ ਬ੍ਰੈਕਟ ਤੋਂ ਬਾਹਰ ਟਰਮ ਸੀ ਉਹਨਾਂ ਦੀ ਆਪਸ ਵਿੱਚ ਮਲਟੀਪਲਾਈ ਹੋ ਜਾਏਗੀ। 2 × 8 ਬਰਾਬਰ ਹੈ 16। ਤਾਂ ਸਾਨੂੰ ਹੁਣ ਪਾਸਵੀ ਸਤ੍ਹਾ ਪਤਾ ਕਰਨ ਦੇ ਲਈ 16 ਨੂੰ 22.5 ਦੇ ਨਾਲ ਜੋ ਹੈ ਗੁਣਾ ਕਰਨਾ ਪਵੇਗਾ, ਜੋ ਸਾਡੇ ਕੋਲ ਆ ਜਾਂਦਾ ਹੈ 360 ਸੈਂਟੀਮੀਟਰ ਸਕੁਅਰ। ਤਾਂ ਇਸ ਤਰ੍ਹਾਂ ਘਨਾਵ ਆਕਾਰ ਜੋ ਡੱਬਾ ਹੈ ਉਸ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਆ ਜਾਂਦਾ ਹੈ 360 ਸੈਂਟੀਮੀਟਰ ਸਕੁਅਰ। ਹੁਣ ਅਸੀਂ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ। ਘਨਾਵਕਾਰ ਡੱਬੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ ਹੈ 2 ਬ੍ਰੈਕਟ ਸਟਾਰਟ LB LH BH ਮੀਨਸ 2 ਗੁਣਾ ਲੰਬਾਈ ਚੌੜਾਈ ਪਲੱਸ ਲੰਬਾਈ ਉਚਾਈ ਪਲੱਸ ਚੌੜਾਈ ਉਚਾਈ। ਹੁਣ ਅਸੀਂ ਇੱਥੇ ਇਸ ਦੇ ਮੁੱਲ ਜੋ ਹਨ ਉਹ ਭਰ ਦੇਵਾਂਗੇ। ਤਾਂ ਜਦੋਂ ਅਸੀਂ ਲੰਬਾਈ ਦੀ ਜਗ੍ਹਾ 'ਤੇ 12.5 ਫਿਲ ਕਰ ਦਿੱਤਾ ਅਤੇ ਚੌੜਾਈ ਦੀ ਜਗ੍ਹਾ 'ਤੇ 10, ਫਿਰ ਲੰਬਾਈ ਦੀ ਜਗ੍ਹਾ 'ਤੇ 10 ਅਤੇ ਉਚਾਈ ਦੀ ਜਗ੍ਹਾ 'ਤੇ 8 ਅਤੇ ਫਿਰ ਚੌੜਾਈ ਦੀ ਜਗ੍ਹਾ 'ਤੇ 8 ਅਤੇ ਉਚਾਈ ਦੀ ਜਗ੍ਹਾ 'ਤੇ 12.5 ਭਰ ਦਿੱਤਾ। ਸਭ ਤੋਂ ਪਹਿਲਾਂ 2 ਉਸੇ ਤਰ੍ਹਾਂ ਬ੍ਰੈਕਟ ਸਟਾਰਟ 12.5 ਨੂੰ 10 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 125। 8 ਨੂੰ ਜਦੋਂ ਅਸੀਂ 10 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 80 ਅਤੇ 8 ਨੂੰ 12.5 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 100। ਤਾਂ ਇਸ ਤਰ੍ਹਾਂ ਅਸੀਂ ਹੁਣ ਪਹਿਲਾਂ ਬ੍ਰੈਕਟ ਨੂੰ ਹੱਲ ਕਰਾਂਗੇ। ਬ੍ਰੈਕਟ ਨੂੰ ਹੱਲ ਕਰਦੇ ਸਮੇਂ ਜਦੋਂ ਅਸੀਂ ਇਹਨਾਂ ਸਾਰਿਆਂ ਦਾ ਜੋੜ ਕੀਤਾ ਤਾਂ ਸਾਡੇ ਕੋਲ ਆ ਜਾਂਦਾ ਹੈ 305 ਅਤੇ ਇਸ ਨੂੰ 2 ਨਾਲ ਅੱਗੇ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 610 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਘਨਾਵ ਆਕਾਰ ਜੋ ਆਕ੍ਰਿਤੀ ਹੈ ਉਸ ਦਾ ਸਾਡੇ ਕੋਲ ਖੇਤਰਫਲ ਆ ਜਾਂਦਾ ਹੈ 610 ਸੈਂਟੀਮੀਟਰ ਸਕੁਅਰ। ਹੁਣ ਜਿਵੇਂ ਕਿ ਸਾਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਹੋਇਆ ਹੈ ਕਿ ਘਨਾਕਾਰ ਡੱਬੇ ਦਾ ਜਾਂ ਘਨ ਆਕਾਰ ਡੱਬੇ ਦਾ ਕਿਸ ਦਾ ਪਾਸਵੀ ਖੇਤਰਫਲ ਵੱਧ ਹੈ। ਜਦੋਂ ਅਸੀਂ ਦੇਖਦੇ ਹਾਂ ਤਾਂ ਜੋ ਘਨਾਕਾਰ ਡੱਬਾ ਹੈ ਉਸ ਦਾ ਖੇਤਰਫਲ 400 ਹੈ ਅਤੇ ਜੋ ਘਨਾਵ ਆਕਾਰ ਦਾ ਹੈ ਉਸ ਦਾ 360 ਸਕੁਅਰ ਸੈਂਟੀਮੀਟਰ ਹੈ। ਤਾਂ ਸਾਨੂੰ ਪਤਾ ਲੱਗਿਆ ਕਿ ਜੋ ਘਨਾਕਾਰ ਡੱਬਾ ਹੈ ਉਸ ਦਾ ਖੇਤਰਫਲ ਵੱਧ ਹੈ ਅਤੇ ਕਿੰਨਾ ਵੱਧ ਹੈ 400 ਦੇ ਵਿੱਚੋਂ 360 ਘਟਾ ਦਿੱਤਾ ਤਾਂ ਸਾਡੇ ਕੋਲ ਆ ਜਾਂਦਾ ਹੈ 40 ਸੈਂਟੀਮੀਟਰ ਸਕੁਅਰ। ਇਸੇ ਤਰ੍ਹਾਂ ਜਦੋਂ ਅਸੀਂ ਕੁੱਲ ਸਤ੍ਹਾ ਦੇ ਖੇਤਰਫਲ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜੋ ਘਨਾਵ ਆਕਾਰ ਡੱਬਾ ਹੈ ਉਸ ਦਾ ਖੇਤਰਫਲ ਹੈ 610 ਸੈਂਟੀਮੀਟਰ ਸਕੁਅਰ ਅਤੇ ਜੋ ਘਨ ਆਕਾਰ ਦਾ ਹੈ ਉਸ ਦਾ ਖੇਤਰਫਲ ਹੈ ਸਾਡੇ ਕੋਲ 600 ਸੈਂਟੀਮੀਟਰ ਸਕੁਅਰ। ਸਾਨੂੰ ਪ੍ਰਸ਼ਨ ਵਿੱਚ ਪੁੱਛਿਆ ਹੈ ਕਿਸ ਦਾ ਖੇਤਰਫਲ ਘੱਟ ਹੈ ਤਾਂ ਘਨਾਕਾਰ ਜੋ ਡੱਬਾ ਹੈ ਉਸ ਦਾ ਖੇਤਰਫਲ ਘੱਟ ਹੈ ਅਤੇ ਕਿੰਨਾ ਘੱਟ ਹੈ ਤਾਂ 660 ਦੇ ਵਿੱਚੋਂ ਅਸੀਂ 600 ਜੋ ਹੈ ਘਟਾਓ ਕਰ ਦੇਵਾਂਗੇ ਤਾਂ ਸਾਡੇ ਕੋਲ ਜੋ ਉੱਤਰ ਆ ਜਾਏਗਾ ਉਹ ਆ ਜਾਏਗਾ 10 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਘਨਾਕਾਰ ਡੱਬੇ ਦੀ ਪਾਸਵੀ ਸਤ੍ਹਾ ਦਾ ਖੇਤਰਫਲ 40 ਸੈਂਟੀਮੀਟਰ ਸਕੁਅਰ ਵੱਧ ਹੈ ਅਤੇ ਘਨਾਕਾਰ ਡੱਬੇ ਦੀ ਕੁੱਲ ਸਤ੍ਹਾ ਦਾ ਖੇਤਰਫਲ 10 ਸੈਂਟੀਮੀਟਰ ਸਕੁਅਰ ਘੱਟ ਹੈ। ਹੁਣ ਅਸੀਂ ਜੋ ਗੱਲ ਕਰਾਂਗੇ ਉਹ ਕਰਾਂਗੇ ਬੇਲਣ ਦੇ ਖੇਤਰਫਲ ਦੀ। ਬੇਲਨਾਕਾਰ ਆਕ੍ਰਿਤੀ ਜੋ ਹੁੰਦੀ ਹੈ ਉਹ ਬੇਲਣ ਦੀ ਤਰ੍ਹਾਂ ਯਾਨੀ ਕਿ ਸਿਲੰਡਰੀਕਲ ਸ਼ੇਪ ਹੁੰਦੀ ਹੈ ਜਿਸ ਦੇ ਉੱਪਰ ਅਤੇ ਹੇਠਲੀ ਸਾਈਡ ਦੇ ਉੱਤੇ 2 ਚੱਕਰ ਲੱਗੇ ਹੋਏ ਹੁੰਦੇ ਹਨ। ਜਦੋਂ ਅਸੀਂ ਬੇਲਨਾਕਾਰ ਆਕ੍ਰਿਤੀ ਜੋ ਹੈ ਉਸ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਜਦੋਂ ਉਸ ਦੀ ਵਕਰ ਸਤ੍ਹਾ ਜੋ ਹੈ ਉਹ ਇੱਕ ਆਇਤ ਦੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਤਾਂ ਹੁਣ ਵੇਲਣ ਦਾ ਜੋ ਅਰਧ ਵਿਆਸ ਸਾਨੂੰ ਦਿੱਤਾ ਹੋਇਆ ਹੈ ਉਹ ਹੈ R
ਅਤੇ ਉਸ ਦੀ ਜੋ ਉਚਾਈ ਦਿੱਤੀ ਹੋਈ ਹੈ ਉਹ ਹੈ ਸਾਡੇ ਕੋਲ h। ਅਤੇ ਸਾਨੂੰ ਪਤਾ ਹੈ ਕਿ ਬੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ ਕਿਸ ਦੇ ਬਰਾਬਰ ਹੈ? ਜੋ ਆਇਤ ਹੈ ਉਸ ਦੇ ਖੇਤਰਫਲ ਦੇ ਬਰਾਬਰ ਹੈ। ਤਾਂ ਹੁਣ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ। ਤਾਂ ਜਿਸ ਤਰ੍ਹਾਂ ਕਿ ਅਸੀਂ ਇਸ ਪਿਕਚਰ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਜੋ ਲੰਬਾਈ ਵਾਲਾ ਪੋਰਸ਼ਨ ਸੀ ਉਹ ਕਿਸ ਦੇ ਬਰਾਬਰ ਆ ਜਾਂਦਾ ਹੈ? ਜੋ ਬੇਲਣ ਹੈ ਉਸ ਦੇ ਘੇਰੇ ਦੇ ਬਰਾਬਰ ਆ ਜਾਂਦਾ ਹੈ। ਯਾਨੀ ਕਿ ਲੰਬਾਈ ਕਿਸ ਦੇ ਬਰਾਬਰ ਆ ਜਾਂਦੀ ਹੈ? 2πr ਦੇ, ਅਤੇ ਚੌੜਾਈ ਆ ਜਾਂਦੀ ਹੈ h ਦੇ। ਇਸ ਤਰ੍ਹਾਂ ਸਾਡੇ ਕੋਲ ਜੋ ਬੇਲਣ ਹੈ ਉਸ ਦੀ ਵਕਰ ਸਤ੍ਹਾ ਦਾ ਖੇਤਰਫਲ ਆ ਜਾਂਦਾ ਹੈ 2πrh। ਇਸ ਤੋਂ ਬਾਅਦ ਜੋ ਸਾਡੇ ਕੋਲ ਹੈ ਬੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ। ਬੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨ ਸਮੇਂ ਜੋ ਵਕਰ ਸਤ੍ਹਾ ਹੈ ਉਸ ਦੇ ਉੱਪਰਲੀ ਸਾਈਡ ਅਤੇ ਹੇਠਲੀ ਸਾਈਡ ਦੋਨੇ ਸਾਈਡ ਦੇ ਉੱਤੇ ਚੱਕਰ ਲੱਗਾ ਹੋਇਆ ਹੈ ਜਿਸ ਦਾ ਖੇਤਰਫਲ ਹੁੰਦਾ ਹੈ πr²। ਤਾਂ πr² ਪਲੱਸ 2πrh ਪਲੱਸ πr²। ਜਦੋਂ ਅਸੀਂ ਇਸ ਨੂੰ ਹੱਲ ਕਰਕੇ ਲਿਖਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 2πr² ਪਲੱਸ 2πrh। ਅਤੇ ਜਦੋਂ ਅਸੀਂ ਇਸ ਦੇ ਵਿੱਚੋਂ ਕਾਮਨ ਕੱਢ ਕੇ ਲਿਖਦੇ ਹਾਂ ਤਾਂ 2πr ਜੋ ਹੈ ਸਾਂਝਾ ਆ ਜਾਂਦਾ ਹੈ ਅਤੇ ਬ੍ਰੈਕਟ ਦੇ ਵਿੱਚ ਸਾਡੇ ਕੋਲ ਬਚ ਜਾਂਦਾ ਹੈ r ਪਲੱਸ h। ਤਾਂ ਇਸ ਤਰ੍ਹਾਂ ਬੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਅਸੀਂ ਪਤਾ ਕਰ ਸਕਦੇ ਹਾਂ। ਹੁਣ ਘਰ ਦਾ ਕੰਮ। ਪਿਆਰੇ ਬੱਚੋ, ਅਸੀਂ ਅੱਜ ਆਪਣੇ ਘਰੇ ਕੋਈ ਵੀ ਘਨਾਕਾਰ ਜਾਂ ਘਨਾਵ ਆਕਾਰ ਆਕ੍ਰਿਤੀ ਜੋ ਹੈ ਉਹ ਦੇਖਣੀ ਹੈ ਅਤੇ ਉਸ ਦੀ ਕੁੱਲ ਸਤ੍ਹਾ ਅਤੇ ਪਾਸਵੀ ਸਤ੍ਹਾ ਦਾ ਖੇਤਰਫਲ ਜੋ ਹੈ ਉਹ ਪਤਾ ਕਰਨਾ ਹੈ। ਇਸ ਤਰ੍ਹਾਂ ਅੱਜ ਦੇ ਲਈ ਇੰਨਾ ਹੀ। ਫਿਰ ਮਿਲਾਂਗੇ। ਧੰਨਵਾਦ।